ਜਿਸ ਤਰ੍ਹਾਂ ਜੌਲੀਆਂ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ, ਪਾਵਨ ਸਰੂਪ ਅਗਨ ਭੇਟ ਕੀਤੇ ਗਏ ਬੀਬਾ ਗੁਰਮੇਲੋ ਦੁਆਰਾ, ਤੇ ਉਸ ਤੋਂ ਬਾਅਦ ਚ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ, ਜੋ ਉਸ ਪਿੰਡ ਦੀ ਸੰਗਤ ਨੇ, ਉਸ ਪਿੰਡ ਦੀ ਪੰਚਾਇਤ ਨੇ ਕੀਤਾ, ਹੁਣ ਤੱਕ ਤੁਸੀਂ ਪੂਰੀ ਡਿਟੇਲ ਜਿਹੜੀ ਹੈ ਆਪਣੇ ਚੈਨਲ ਪਾਈਟਿਕ ਲਾਈਵ ਤੇ ਸੋਹਣਾ ਪੰਜਾਬ ਦੇ ਉੱਪਰ ਵੇਖ ਚੁੱਕੇ ਹੋ। ਇਸ ਦੇ ਦੌਰਾਨ ਹੀ ਜਿਵੇਂ ਹੀ ਪਛਤਾਤਾਪ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਭਵਾਨੀਗੜ੍ਹ ਬੱਸ ਸਟੈਂਡ ਦੇ ਸਾਹਮਣੇ ਵੱਖ-ਵੱਖ ਜਥੇਬੰਦੀਆਂ ਦੁਆਰਾ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਚੱਕਾ ਜਾਮ ਹੋ ਗਿਆ। ਉਸ ਤੋਂ ਬਾਅਦ 'ਚ ਕੁਝ ਜਥੇਬੰਦੀਆਂ ਨੇ ਜਿਸ ਤਰ੍ਹਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, ਉਸ ਤੋਂ ਬਾਅਦ 'ਚ ਕੀ ਕਾਰਵਾਈ ਕੀਤੀ ਗਈ, ਸਾਡੇ ਨਾਲ ਡੀਐਸਪੀ ਸਾਹਿਬ ਸੁਖਰਾਜ ਸਿੰਘ ਘੁੰਮਣ ਨੇ, ਤੇ ਇਹਨਾਂ ਤੋਂ ਆਪਾਂ ਪੂਰੀ ਜਾਣਕਾਰੀ ਸਾਹਿਬ ਨੂੰ ਮੈਂ ਨਾ ਜਿੱਦੇ ਧਰਨਾ ਲੱਗਿਆ ਉਹਦੇ ਇੱਥੇ ਪਿੰਡ ਪੂਰੀ ਬੁਲਾ ਕੇ ਜਾਣਕਾਰੀ ਦਿੱਤੀ ਆ ਵੀ ਇਸ ਤਰ੍ਹਾਂ ਕਰਕੇ ਆ ਘਟਨਾ ਵਾਪਰੀ, ਐ ਹੋਇਆ, ਉਹਨਾਂ ਦੇ ਧਿਆਨ 'ਚ ਹੈ। ਪਰ ਜਦੋਂ ਉੱਥੇ ਆ ਜਾਂਦੇ ਨੇ ਉਹ ਪੰਜ ਚਾਰ ਜਥੇਬੰਦੀਆਂ ਜਿਹੀਆਂ ਬਣਾਈਆਂ ਜਾਂਦੀਆਂ, ਉੱਥੇ ਆ ਕੇ ਮਾਨ ਦਲ ਦਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਇਆ ਸੀ, ਉਹਨੂੰ ਜਦੋਂ ਅਸੀਂ ਸਾਰੀ ਘਟਨਾ ਦੱਸੀ, ਇੱਕ ਦਿਨ ਪਹਿਲਾਂ ਆਇਆ ਕੱਲ ਆਪਣੇ ਭੋਗਾਂ ਤੋਂ, ਜਦੋਂ ਮੈਂ ਘਟਨਾ ਦੱਸੀ ਉਹ ਕਹਿੰਦਾ ਅਸੀਂ ਬਰਗਾੜੀ ਨਹੀਂ ਫੜ ਸਕੇ ਯਾਰ, ਇੰਨਾ ਰੌਲਾ ਪਾਇਆ ਸੀ, ਤੁਸੀਂ ਤਾਂ ਪਿੰਡ ਵਾਲੇ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੇ ਤੁਸੀਂ ਇੱਥੇ ਬੀਬੀ ਫੜ ਵੀ ਲਈ, ਸਾਰਾ ਕੁਝ ਕਰ ਲਿਆ, ਕੇਸ ਕੱਟ ਲਿਆ। ਸਮੇਂ ਇੱਥੇ ਧਰਨਾ ਲੱਗਿਆ ਸੀ, ਕਮੇਟੀ ਦੇ ਉੱਪਰ ਪਰਚਾ ਦਰਜ ਕਰਨ ਦੀ ਇੱਕੋ ਹੀ ਇਹ ਮੰਗ ਸੀ, ਜਿਹੜੇ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ ਪ੍ਰਸ਼ਾਸਨ ਦੁਆਰਾ। ਫਿਰ ਤੁਹਾਨੂੰ ਕੀ ਦੱਸਿਆ ਗਿਆ, ਕੋਈ ਰਾਬਤਾ ਕਾਇਮ ਹੋਇਆ ਤੁਹਾਡੇ ਨਾਲ? ਦੇਖੋ ਸਾਡੇ ਉਹ ਸਤਿਕਾਰਯੋਗ ਨੇ ਸਾਰੇ, ਜੇ ਅਸੀਂ ਕੋਈ ਗਲਤੀ ਕੀਤੀ ਆ ਅਸੀਂ ਤਾਂ ਗਲਤੀ ਮੰਨ ਰਹੇ ਆ, ਸਾਡਾ ਤਾਂ ਆਪੇ ਮੰਗ ਸੀ ਵੀ ਕਿ ਇੱਕ ਅਲੱਗ ਪਰਚਾ ਦਰਜ ਕੀਤਾ ਜਾਵੇ, ਤੇ ਅਸੀਂ ਇਹਨੂੰ ਵਿਸ਼ਵਾਸਨ ਦਵਾਇਆ। ਪਿੰਡ ਜੌਲੀਆਂ ਜਿੱਥੇ ਕਿ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਹਾਲਾਤ ਰਹੇ, ਤੇ ਇਸ ਤੋਂ ਅੱਗੇ ਜਿਹੜੀ ਪਛਤਾਤਾਪ ਸਮਾਗਮਾਂ ਤੋਂ ਬਾਅਦ ਇੱਕ ਲਗਾਤਾਰ ਸਵਾਲ ਉਠਾਇਆ ਜਾ ਰਿਹਾ ਕਿ ਜਿਹੜੇ ਪਾਵਨ ਸਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਹੜੀ ਬੀੜ ਪੂਰੀ ਤਰ੍ਹਾਂ ਸੜ ਚੁੱਕੀ ਸੀ, ਤੇ ਉਸ ਦਾ ਹੁਣ ਉੱਥੇ ਕੀ ਕੀਤਾ ਗਿਆ। ਸਾਡੇ ਨਾਲ ਨੇ ਚੇਅਰਮੈਨ ਕੁਲਵੰਤ ਸਿੰਘ, ਭਾਈ ਸੁਰਜੀਤ ਸਿੰਘ ਸਾਹਿਬ, ਜਿਹੜੇ ਪਾਵਨ ਸਰੂਪ ਨੇ, ਤੁਸੀਂ ਗੱਲਬਾਤ ਸੁਣ ਲਈ ਹੈ, ਹੁਣ ਕੀ ਕੀਤਾ ਗਿਆ? ਦੇਖੋ ਜਿਹੜੇ ਪਾਵਨ ਸਰੂਪ ਨੇ, ਅਸੀਂ ਸਾਡਾ ਨਗਰ 'ਚ ਪਹਿਲਾਂ ਹੀ ਬਹੁਤ ਵੱਡਾ ਪਾਪ ਹੋਇਆ ਇਹ ਜਿਹੜਾ ਉਹ ਬੀਬੀ ਨੇ ਕੀਤਾ, ਤੇ ਹੁਣ ਸਾਨੂੰ ਦੇਖੋ ਮਹਿਸੂਸ ਹੋ ਰਿਹਾ, ਸਾਰੀ ਸੰਗਤ ਪਿੰਡ ਦੀ ਕਹਿ ਰਹੀ ਹੈ ਵੀ ਆਪਾਂ ਨੂੰ ਉਦੋਂ ਬੜਾ ਬੇਅਦਬੀ ਇਹ ਜਿਹੜੇ ਆਪਾਂ ਉਰੇ ਲਈ ਬੈਠੇ ਉਹਨਾਂ ਨੂੰ, ਕਿਉਂਕਿ ਇਹ ਜਿਹੜੀ ਸੰਗਤ ਕੱਲ ਇੱਥੇ ਖੁਰਦੂ ਪਾ ਕੇ ਗਈ ਆ, ਉਹਨਾਂ ਨੇ ਹੀ ਸਾਤੋਂ ਪਹਿਲਾਂ ਅਰਦਾਸ ਹੋ ਕੇ ਜਦੋਂ ਗੁਰੂ ਮਹਾਰਾਜ ਲੈ ਕੇ ਗਿਆ ਸੀ, ਉਹ ਅਰਦਾਸ ਨੂੰ ਵੀ ਵਾਪਸ ਕੀਤਾ, ਉਹ ਤੋਂ ਵਾਪਸ ਲੈ ਕੇ ਮੜਾਏ ਨੇ ਸਾਤੋਂ। ਤੇ ਅਸੀਂ ਹੁਣ ਉਹਨਾਂ ਦੇ ਹੀ ਸੋਚਦੇ, ਸਾਰਾ ਨਗਰ ਬੈਠ ਕੇ ਅਸੀਂ ਹੁਣ ਮੀਟਿੰਗ ਕਰਾਂਗੇ ਵੀ ਉਹਨਾਂ ਨੂੰ ਜਿਹੜੇ ਮਰਿਆਦਾ ਮੁਤਾਬਕ, ਮੇਰੀ ਹੋਰ ਵੀ ਇਹ ਜਿਹੜੀਆਂ ਕਮੇਟੀਆਂ ਜਾਂ ਕੋਈ ਹੋਰ ਨੇ ਸਾਨੂੰ ਮਾਰਗਦਰਸ਼ਨ ਦੱਸਣ ਵੀ ਅਸੀਂ ਇਹਨੂੰ। ਇਸ ਸਬੰਧ ਵਿੱਚ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਜਾਂ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ, ਜਥੇਦਾਰ ਸਾਹਿਬ, ਉਹਨਾਂ ਵੱਲੋਂ ਨਹੀਂ ਜਾਂ ਕੋਈ ਤੁਹਾਨੂੰ ਆਇਆ? ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਜੀ, ਉਹਨਾਂ ਨਾਲ ਅਸੀਂ ਗੱਲ ਕੀਤੀ, ਉਹਨਾਂ ਨੂੰ ਮਿਲ ਕੇ ਆਏ ਹਾਂ, ਉਹਨਾਂ ਨੇ ਸਾਨੂੰ ਦੱਸਿਆ ਜਿਹੜਾ ਜਿਵੇਂ ਪਹਿਲਾਂ ਗੋਬਿੰਦਵਾਲ ਸਾਹਿਬ ਸੀ ਉਹ ਪ੍ਰੋਸੈਸ ਸਹੀ ਆ, ਉਸੇ ਲੋਟ ਗੋਬਿੰਦਵਾਲ ਸਾਹਿਬ ਜਾਓ ਤੁਸੀਂ ਕਹਿੰਦੇ। ਠੀਕ ਹੈ, ਹਾਂਜੀ। ਜਾਣੀ ਹੁਣ ਤੁਹਾਡੀ ਕਮੇਟੀ ਇਹ ਫੈਸਲਾ ਕਰੂਗੀ ਵੀ ਜਾਣੀ ਤੁਸੀਂ ਜਦੋਂ ਉੱਥੇ ਲੈ ਕੇ ਜਾਣਾ ਜੋ ਵੀ ਹੈ, ਕਿਉਂਕਿ ਸੰਗਤ ਇਹੀ ਪੁੱਛ ਰਹੀ ਹੈ। ਇੱਕ ਕੁਲਵੰਤ ਸਿੰਘ ਜੀ ਹੋਰ ਸੀ ਜਿਹੜਾ ਮਾਮਲਾ ਸਾਹਮਣੇ ਆਇਆ ਸੀ, ਹਰਭਜਨ ਕੌਰ, ਉਹਨਾਂ ਦੇ ਬੇਟੇ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਾ, ਉਹ ਕੀ ਸੀ ਤੇ ਅਸਲ ਦੇ ਵਿੱਚ ਕੀ ਹੋਇਆ, ਉਹ ਸੱਚ ਝੂਠ ਕੀ ਹੈ, ਉਹ ਵੀ ਆਪਣੇ ਸਾਰੀ ਜੋ ਵੀ ਸੰਸਾਰ ਦੇ ਵਿੱਚ ਇਸ ਟਾਈਮ ਸੰਗਤ ਜਾਂ ਲੋਕ ਵੇਖ ਰਹੇ ਨੇ। ਦੇਖੋ ਜਿਹੜਾ ਸਾਡੇ ਇਹ ਘਟਨਾ ਹੋਈ ਹੈ, ਇਹਦੇ ਸੰਬੰਧ 'ਚ ਸਾਰਾ ਪਿੰਡ ਬਹੁਤ ਪਛਤਾਤਾਪ 'ਚ, ਸਾਰੇ ਅਸੀਂ ਇਕੱਠੇ ਹਾਂ। ਉਹ ਬੀਬੀ ਜਿਹੜਾ ਦੱਸਣਾ ਚਾਹੁੰਦੀ ਤੇ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਵੀ ਤੁਸੀਂ ਉਰੇ ਜਿਹੜੇ ਇਹ ਹੁੱਲੜਬਾਜੀ ਕਰ ਰਹੇ ਹੋ, ਤੁਸੀਂ ਐ ਨਾ ਕਰੋ, ਸਾਨੂੰ ਧਮਕੀਆਂ ਦਿੰਦੇ ਨੇ ਤੁਹਾਡੇ ਬੱਚੇ ਮਾਰ ਦਾਂਗੇ। ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਉਹ ਗਲਤ ਕੀਤਾ ਗਿਆ। ਤੁਸੀਂ ਉਹਨੂੰ ਉਹਦੇ ਵਿਚਾਰ ਲੈਣ ਨੂੰ ਦੱਸਿਆ ਹੋਣਾ ਤੁਹਾਨੂੰ ਵੀ ਡਰਾਇਆ ਗਿਆ ਸਾਨੂੰ, ਉਹ ਕਹਿ ਰਹੀ ਵੀ ਡਰਾਓ ਨਾ। ਫਿਰ ਉੱਥੇ ਕੁਝ ਕਹਿ ਰਹੇ ਸੀ ਵੀ ਸ਼੍ਰੋਮਣੀ ਕਮੇਟੀ ਪੈਸਾ ਦੇਗੀ, ਉਹ ਕਹਿੰਦੇ ਵੀ ਅਸੀਂ ਨੇ ਜਿਹੜਾ ਅਸੀਂ ਪਿੰਡ ਵਾਲੇ ਆ, ਅਸੀਂ ਕੋਈ ਪੈਸਾ ਨਹੀਂ ਮੰਗਿਆ, ਨਾ ਅਸੀਂ ਕਿਸੇ ਨੂੰ ਕਿਹਾ ਪੈਸੇ ਵਾਸਤੇ। ਉਹ ਬੀਬੀ ਨੇ ਕਿਹਾ ਵੀ ਤੁਹਾਡਾ ਸੰਗਤ ਦਾ ਪੈਸਾ ਉਹ ਤੁਹਾਨੂੰ ਮੈਂ ਦੇ ਕੇ ਜਾਣੀ ਹੈ ਜੇ ਤੁਹਾਨੂੰ ਪ੍ਰਵਾਨ ਹੋਵੇ। ਤੇ ਉਹਦੇ ਵਿੱਚ ਦੇਖੋ ਪੈਸੇ ਵਾਲੀ ਕੋਈ ਲੋੜ ਨਹੀਂ, ਗੁਰੂ ਘਰ ਨੂੰ ਕੋਈ ਪੈਸੇ ਦਾ ਤੋੜ ਨਹੀਂ ਹੁੰਦੀ। ਸਾਡੇ ਨਗਰ 'ਚ ਜਿੰਨੇ ਵੀ ਅਸੀਂ ਬੰਦੇ ਆ, ਸਭ ਨੂੰ ਦੇਖੋ ਪ੍ਰਮਾਤਮਾ ਨਹੀਂ ਦਿੱਤਾ, ਅਸੀਂ ਆਪਣੇ ਕੋਲ ਤਿਲ ਫੁੱਲ ਲਾ ਕੇ ਸਾਰਾ ਕੁਝ ਕਰਾਂਗੇ। ਉਹਦੇ ਵਿੱਚ ਉਹਨੂੰ ਭੜਕਾਟ ਕਰਤੀ ਮਾਝੀ ਸਾਹਿਬ ਤੇ, ਜਿਹੜੇ ਉਹਨਾਂ ਨੇ ਗਲਤ ਹੋ ਕੀਤਾ। ਕੱਲ ਵੀ ਜਿਹੜਾ ਬੋਲਣ ਦਾ ਰੌਲਾ ਪਾਉਂਦੇ, ਦੇਖੋ ਉਹਨਾਂ ਨੇ ਸਾਡਾ ਸਾਰੀ ਕਮੇਟੀ ਨੇ ਬਹੁਤ ਸਾਥ ਦਿੱਤਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜੀ ਜਾਂਚ 'ਚ ਉਹਨਾਂ ਨੇ ਸਾਥ ਦਿੱਤਾ, ਤੇ ਉਹਦੇ 'ਚ ਰੌਲਾ ਉਹਨਾਂ ਨੇ ਪਾ ਲਿਆ ਵੀ ਸਾਨੂੰ ਬੋਲਣ ਨਹੀਂ ਦਿੱਤਾ। ਦੇਖੋ ਜਦੋਂ ਆਪੇ ਉਹ ਕਹਿ ਰਹੇ ਨੇ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ, ਫਿਰ ਜਦੋਂ ਮਰਿਆਦਾ ਮੁਤਾਬਕ ਸਾਰਾ ਕਾਰਜ ਪੂਰ ਚੜ ਗਿਆ, ਫਿਰ ਤਾਂ ਦੇਖੋ ਬੋਲਿਆ ਨਹੀਂ ਜਾਂਦਾ। ਜਿਹੜੇ ਭਾਈ ਮਾਝੀ ਸਾਹਿਬ ਨੇ, ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ, ਬੇਸ਼ੱਕ ਭਵਾਨੀਗੜ੍ਹ ਧਰਨਾ ਲੱਗਿਆ ਜਾਂ ਇੱਥੇ ਵੀ ਜਿੰਨੀ ਸਾਡੇ 'ਚ ਆਪਣੇ
ਜਿੰਨੀ ਭਾਈ ਮਾਝੀ ਸਾਹਿਬ ਦੀ ਗੱਲਬਾਤ ਹੋਈ ਉਸ ਦੇ ਵਿੱਚ ਉਹਨਾਂ ਨੇ ਤੁਹਾਡੇ ਪੂਰੇ ਨਗਰ ਦਾ ਜਿਹੜਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਹੈ। ਵੈਸੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਗੀ, ਜਾਂ ਇਸ ਦੇ ਪਿੱਛੇ ਕੋਈ ਹੋਰ ਸੀ, ਜਾਂ ਮਾਝੀ ਸਾਹਿਬ ਨੂੰ ਕਿਸੇ ਹੋਰ ਦੁਆਰੇ ਅੱਗੇ ਦੀ ਅੱਗੇ ਗਲਤ ਜਾਣਕਾਰੀ ਦਿੱਤੀ ਗਈ? ਦੇਖੋ ਮਾਝੀ ਸਾਹਿਬ ਨੂੰ ਮੈਂ ਨਾ ਜਿੱਦੇ ਧਰਨਾ ਲੱਗਿਆ ਉਹਦੇ ਇੱਥੇ ਪਿੰਡ ਪੂਰੀ ਬੁਲਾ ਕੇ ਜਾਣਕਾਰੀ ਦਿੱਤੀ ਆ ਵੀ ਇਸ ਤਰ੍ਹਾਂ ਕਰਕੇ ਆ ਘਟਨਾ ਵਾਪਰੀ, ਐ ਹੋਇਆ, ਉਹਨਾਂ ਦੇ ਧਿਆਨ 'ਚ ਹੈ। ਪਰ ਜਦੋਂ ਉਹ ਉੱਥੇ ਆ ਜਾਂਦੇ ਨੇ, ਉਹ ਪੰਜ ਚਾਰ ਜਥੇਬੰਦੀਆਂ ਜਿਹੀਆਂ ਬਣਾਈਆਂ ਜਾਂਦੀਆਂ, ਉੱਥੇ ਆ ਕੇ ਉਲਝ ਜਾਂਦੇ ਨੇ। ਪਰ ਉਹਨੇ ਦੇਖਿਆ ਇੱਥੇ ਸਾਡਾ, ਉਹਨੇ ਦੱਸਿਆ ਵੀ ਤੁਸੀਂ ਬਹੁਤ ਵੱਡੀ ਗੱਲ ਆ। ਉਰੇ ਮਾਨਦਲ ਦਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਇਆ ਸੀ, ਉਹਨੂੰ ਜਦੋਂ ਅਸੀਂ ਸਾਰੀ ਘਟਨਾ ਦੱਸੀ, ਇੱਕ ਦਿਨ ਪਹਿਲਾਂ ਆਇਆ ਕੱਲ ਆਪਣੇ ਭੋਗਾਂ ਤੋਂ, ਜਦੋਂ ਮੈਂ ਘਟਨਾ ਦੱਸੀ ਉਹ ਕਹਿੰਦਾ ਅਸੀਂ ਬਰਗਾੜੀ ਨਹੀਂ ਫੜ ਸਕੇ ਯਾਰ, ਇੰਨਾ ਰੌਲਾ ਪਾਇਆ ਸੀ। ਤੁਸੀਂ ਤਾਂ ਪਿੰਡ ਵਾਲੇ ਧੰਤਾ ਦੇ ਯੋਗ ਹੋ ਜਿਨ੍ਹਾਂ ਨੇ ਤੁਸੀਂ ਇੱਥੇ ਬੀਬੀ ਫੜ ਵੀ ਲਈ, ਸਾਰਾ ਕੁਝ ਕਰ ਲਿਆ, ਕੇਸ ਕੱਢ ਲਿਆ, ਅੱਗੇ ਇਨਕੁਆਇਰੀ ਚੱਲ ਰਹੀ ਹੈ, ਉਹ 'ਚ ਤੁਸੀਂ ਸਾਥ ਦਿਓ ਪੁਲਿਸ ਦਾ, ਵੀ ਬਹੁਤ ਵਧੀਆ ਹੋ। ਇੱਕ ਜਿਸ ਤਰ੍ਹਾਂ ਕਿ ਰਾਤ ਸਮੇਂ ਇੱਥੇ ਧਰਨਾ ਲੱਗਿਆ ਸੀ, ਕਮੇਟੀ ਦੇ ਉੱਪਰ ਪਰਚਾ ਦਰਜ ਕਰਨ ਦੀ ਇੱਕੋ ਹੀ ਇਹ ਮੰਗ ਸੀ, ਜਿਹੜੇ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ ਪ੍ਰਸ਼ਾਸਨ ਦੁਆਰਾ, ਫਿਰ ਤੁਹਾਨੂੰ ਕੀ ਦੱਸਿਆ ਗਿਆ, ਕੋਈ ਰਾਬਤਾ ਕਾਇਮ ਹੋਇਆ ਤੁਹਾਡੇ ਨਾਲ? ਦੇਖੋ ਸਾਡੇ ਉਹ ਸਤਿਕਾਰਯੋਗ ਨੇ ਸਾਰੇ, ਜੇ ਅਸੀਂ ਕੋਈ ਗਲਤੀ ਕੀਤੀ ਆ, ਅਸੀਂ ਤਾਂ ਗਲਤੀ ਮੰਨ ਰਹੇ ਹਾਂ, ਸਾਡਾ ਤਾਂ ਪਾਪ ਹੀ ਬਹੁਤ ਚੜ ਗਿਆ, ਅਸੀਂ ਉਹ ਗਲਤੀ ਦੀ ਅਕਾਲ ਤਖਤ ਤੇ ਜਾ ਕੇ ਖਿਮਾ ਜਾਚਨਾ ਕਰਾਂਗੇ। ਅਸੀਂ ਉਹਨਾਂ ਦੇ ਸਾਡੇ ਭਰਾ ਨੇ, ਉਹ ਸਾਡੇ ਤੋਂ ਵੱਡੇ ਨੇ, ਸਾਡੇ ਦੀ ਮਾਰਗਦਰਸ਼ਨ ਨੇ, ਅਸੀਂ ਕੋਈ ਗੱਲ ਨਹੀਂ ਉਹ ਚੀਜ਼ ਦਾ ਵੀ ਇਸ ਤਰ੍ਹਾਂ ਜੋਲੀਆਂ ਪਿੰਡ ਦੇ ਵਿੱਚ ਘਟਨਾ ਵਾਪਰੀਏ, ਪਾਵਨ ਸਰੂਪ ਅਗਨ ਭੇਟ ਕੀਤੇ ਗਏ ਬੀਬਾ ਗੁਰਮੇਲੋ ਦੁਆਰਾ, ਤੇ ਉਸ ਤੋਂ ਬਾਅਦ ਚ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ, ਜੋ ਉਸ ਪਿੰਡ ਦੀ ਸੰਗਤ ਨੇ, ਉਸ ਪਿੰਡ ਦੀ ਪੰਚਾਇਤ ਨੇ ਕੀਤਾ, ਹੁਣ ਤੱਕ ਤੁਸੀਂ ਪੂਰੀ ਡਿਟੇਲ ਜਿਹੜੀ ਹੈ ਆਪਣੇ ਚੈਨਲ ਪੋਲੀਟਿਕ ਲਾਈਵ ਤੇ ਸੋਹਣਾ ਪੰਜਾਬ ਦੇ ਉੱਪਰ ਵੇਖ ਚੁੱਕੇ ਹੋ। ਇਸ ਦੇ ਦੌਰਾਨ ਹੀ ਜਿਵੇਂ ਹੀ ਪਛਤਾਤਾਪ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਭਵਾਨੀਗੜ੍ਹ ਬੱਸ ਸਟੈਂਡ ਦੇ ਸਾਹਮਣੇ ਵੱਖ-ਵੱਖ ਜਥੇਬੰਦੀਆਂ ਦੁਆਰਾ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਚੱਕਾ ਜਾਮ ਹੋ ਗਿਆ। ਉਸ ਤੋਂ ਬਾਅਦ 'ਚ ਕੁਝ ਜਥੇਬੰਦੀਆਂ ਨੇ ਜਿਸ ਤਰ੍ਹਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, ਉਸ ਤੋਂ ਬਾਅਦ 'ਚ ਕੀ ਕਾਰਵਾਈ ਕੀਤੀ ਗਈ, ਸਾਡੇ ਨਾਲ ਡੀਐਸਪੀ ਸਾਹਿਬ ਸੁਖਰਾਜ ਸਿੰਘ ਘੁੰਮਣ ਨੇ, ਤੇ ਇਹਨਾਂ ਤੋਂ ਆਪਾਂ ਪੂਰੀ ਜਾਣਕਾਰੀ ਲਵਾਂਗੇ। ਹੁਣ ਤੱਕ ਕੇਸ ਕੀ ਹੈ ਸਰ, ਕੀ ਹੁਣ ਤੱਕ ਦੀ ਜਾਣਕਾਰੀ ਹੈ? ਦੇਖੋ ਆਪਾਂ ਤੁਸੀਂ ਸਾਰਿਆਂ ਨੂੰ ਪਤਾ ਹੈ, ਤੁਸੀਂ ਕਵਰੇਜ ਕੀਤੀ ਹੈ। ਮਿਤੀ 25/6/21 ਦੀ ਗੱਲ ਹੈ ਤੇ ਚੌਲੀਆ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਅਗਨੀ ਭੇਟ ਹੋਏ ਸੀ, ਤੇ ਜਿਸ ਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਪੁੱਜ ਕੇ ਉਹ ਮੁਕੱਦਮਾ ਦਰਜ ਕਰਕੇ ਜਿਹੜੀ ਅਕਿਊਜ਼ ਗੁਰਮੇਲ ਕੌਰ ਗਿੱਲੋਂ ਉਸ ਨੂੰ ਅਰੈਸਟ ਕਰ ਲਿਆ ਸੀ। ਮੈਂ ਉਸ ਦਿਨ ਮੌਕੇ ਤੇ ਸੀ, ਮੌਕੇ ਤੇ ਵਿਦਨ ਨੋ ਟਾਈਮ ਮੈਂ ਉੱਥੇ ਪਹੁੰਚਿਆ, ਤੇ ਉੱਥੋਂ ਮੈਂ ਦੇਖ ਰਿਹਾ ਸੀ ਪਿੰਡ ਵਾਲੇ ਦੀ ਹਿੰਮਤ ਤੇ ਇਹ ਬਹਾਦਰੀ ਨੂੰ, ਜੋ ਤਰੀਬ ਦੇ ਕਾਬਲ ਨੇ, ਉਹ ਅੰਦਰੋਂ ਧੂਏ ਦੇ ਅੱਗ ਦੇ ਲੱਟ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਦੇਹਾਂ ਜਿਹੜੀਆਂ ਸਰੂਪ ਸੀ, ਜਿਹੜੇ ਬਚ ਗਏ ਸੀ, ਉਹਨਾਂ ਨੂੰ ਕੱਢ ਕੇ ਲਿਆਉਣ 'ਚ ਬੜੇ ਜਦੋਂ ਤੱਕ ਕਹਿ ਰਿਹਾ ਸੀ। ਉਹਦੇ ਵਿੱਚ ਇੱਕ ਆਸ਼ੂ ਖਾਨ ਨਾਮ ਦਾ ਬੰਦਾ, ਇੱਕ ਛੋਟਾ ਜਿਹਾ ਬੱਚਾ ਹੈ, ਉਹ ਬੱਚਾ ਤਾਂ ਨਹੀਂ ਕਹਿ ਸਕਦੇ ਆਪਾਂ, ਅਪਰੋਕਸੀਮੇਟਲੀ 18-20 ਸਾਲ ਦਾ, ਤੇ ਉਹਨੇ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ। ਉਹਨੇ ਇੱਥੋਂ ਤੱਕ ਕਿ ਲੰਮੇ ਪੈ ਕੇ ਉੱਤੇ ਚੜ੍ਹਦਾ ਸੀ, ਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਰੂਪ ਨੂੰ ਲੈ ਕੇ ਆ ਰਿਹਾ ਸੀ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਤੇ ਮੇਰੀ ਦਿਲੀ ਇੱਛਾ ਵੀ ਅਤੇ ਰਾਏ ਵੀ ਹੈ, ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰ ਰਿਹਾ, ਤੇ ਇਹ ਜਿਹੜੇ ਲੜਕੇ ਸੀ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਸਰੂਪ ਬਚਾਏ ਨੇ, ਸਾਡੀ ਇੱਛਾ ਹੈ ਕਿ ਅਸੀਂ ਉਹਨਾਂ ਨੂੰ ਇਸ ਵਾਰ 15 ਅਗਸਤ ਤੇ ਸਨਮਾਨਿਤ ਕਰਵਾਈਏ। ਤੇ ਇਸ ਤੋਂ ਇਲਾਵਾ ਪਿੰਡ ਦੇ ਬਹੁਤ ਵਧੀਆ ਆਪਸੀ ਕੋਆਪਰੇਸ਼ਨ ਹੈ, ਬਹੁਤ ਵਧੀਆ ਉਪਰਾਲੇ ਕਰਕੇ ਇਹਨਾਂ ਨੇ ਸਾਰਾ ਜਿਹੜਾ ਹੈ ਉਹ ਪ੍ਰਬੰਧ ਕੀਤੇ ਨੇ। ਪਛਤਾਤਾਪ ਸੰਬੰਧੀ ਜਿਹੜਾ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਛਤਾਤਾਪ ਸੰਬੰਧੀ ਭੋਗ ਪਾਏ ਨੇ। ਠੀਕ ਹੈ, ਉਹਨਾਂ ਦੀ ਆਪਣੀ ਮਰਿਆਦਾ ਮੁਤਾਬਕ ਪਿੰਡ ਦੀ ਜਿੰਨੀ ਸੂਝ ਹੈ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਗੁਰੂ ਮਰਿਆਦਾ ਮੁਤਾਬਕ ਜਿਵੇਂ ਸਹੀ ਟਾਈਮ 'ਤੇ ਉਹਨਾਂ ਨੇ ਅਖੰਡ ਪਾਠ ਦਾ ਭੋਗ ਪਾਇਆ। ਜੋ ਮਿਥਿਆ ਹੋਇਆ ਸੀ ਉਹ 9 ਤੋਂ 10 ਵਜੇ ਤੱਕ ਕੀਰਤਨ ਦਾ ਟਾਈਮ ਸੀ, ਉਹ 9 ਤੋਂ 10 ਕੀਰਤਨ ਕੀਤਾ ਗਿਆ, ਤੇ ਹੈੱਡ ਗ੍ਰੰਥੀ ਸਿੰਘ ਵੱਲੋਂ ਦਰਬਾਰ ਸਾਹਿਬ ਵੱਲੋਂ ਤੇ ਅਰਦਾਸ ਕੀਤੀ ਗਈ ਹੈ। ਠੀਕ ਹੈ, ਇਸ ਦੌਰਾਨ ਥੋੜ੍ਹੀ ਜਿਹੀ ਇਹਨਾਂ ਦਾ ਆਪਸੀ ਵਿਵਾਦ ਜ਼ਰੂਰ ਹੋਇਆ। ਉਹਦਾ ਕਾਰਨ ਇਹ ਸੀ, ਉਹ ਪਿੰਡ ਵਾਲੇ ਚਾਹੁੰਦੇ ਨਹੀਂ ਸੀ ਵੀ ਕੋਈ ਵੀ ਬੁਲਾਰਾ ਵੀ ਇੱਥੇ ਐਸੇ ਦੁੱਖ ਦੀ ਘੜੀ ਵਿੱਚ ਬੋਲੇ, ਆਪਣੇ ਗਲਤ ਪ੍ਰਚਾਰ ਕਰੇ। ਲੇਕਿਨ ਜਿਸ ਨੂੰ ਇਹਨਾਂ ਨੂੰ ਗੈਰ ਖਾਲੀਆਂ ਨੂੰ ਇਹ ਅੱਛਾ ਨਹੀਂ ਲੱਗਿਆ। ਜਿਨ੍ਹਾਂ ਨੇ ਕੀ ਕੀਤਾ ਵੀ ਸਾਨੂੰ ਮੌਕਾ ਦਿਓ, ਮੌਕਾ ਨਾ ਮਿਲਣ ਕਰਕੇ ਇਹਨਾਂ ਨੇ ਕੱਲ੍ਹ ਭਵਾਨੀਗੜ੍ਹ ਸੰਗਰੂਰ ਬੱਸ ਸਟੈਂਡ ਦੇ ਸਾਹਮਣੇ ਇਹਨਾਂ ਨੇ ਆ ਕੇ ਇਹ ਧਰਨਾ ਦਿੱਤਾ ਗਿਆ, ਟ੍ਰੈਫਿਕ ਬਲੌਕ ਕੀਤੀ ਹੈ, ਜਿਨ੍ਹਾਂ ਵਿੱਚ ਮੇਨ ਅਮਰੀਕ ਸਿੰਘ ਜਨਾਲਾ, ਅਮਰਜੀਤ ਸਿੰਘ ਤੇ ਆਪਣੇ ਬਚਿੱਤਰ ਸਿੰਘ ਸੀ, ਤੇ ਮਾਝੀ ਨਾਲ ਸੀ ਹਰਿੰਦਰ ਸਿੰਘ ਮਾਝੀ। ਲੇਕਿਨ ਬਾਅਦ 'ਚ ਇਹਨਾਂ ਦਾ ਆਪਸੀ ਫਰਕ ਪੈਣ ਸ਼ੁਰੂ ਹੋ ਗਿਆ। ਮਾਝੀ ਰਾਤ ਨੂੰ ਇਹ ਜਿਹੜਾ ਧਰਨਾ ਛੱਡ ਕੇ ਚਲਾ ਗਿਆ, ਤੇ ਜਿਸ ਦਾ ਇਹਨਾਂ ਨੇ ਦੂਜਿਆਂ ਗਰੁੱਪ ਨੇ ਕਾਫੀ ਵਿਰੋਧ ਕੀਤਾ ਵੀ ਇਹਨੂੰ ਜਾਣਾ ਨਹੀਂ ਚਾਹੀਦਾ, ਸਾਨੂੰ ਇੱਥੇ ਬਿਠਾ ਗਿਆ, ਆਪ ਭੱਜ ਗਿਆ ਲੋਕ ਜਿਹੜਾ।
ਤੇ ਇਸੇ ਦੌਰਾਨ ਸਾਡੇ ਵੀ ਐਫਡੀ ਸੀ ਵੀ ਇਹਨੂੰ ਧਰਨਾ ਖੋਲ੍ਹੋ। ਜਦੋਂ ਅਸੀਂ ਉਹ ਲੜਕੀ ਜਿਹੜੀ ਲੇਡੀ ਹੈ ਅਕਿਊਜ਼ ਹੈ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਤੇ ਪੁਲਿਸ ਜੇ ਤੇ ਸਾਡੀ ਤਫਤੀਸ਼ ਤੋਂ ਸਹਿਮਤ ਨਹੀਂ ਤਾਂ ਤੁਸੀਂ ਜੋ ਚਾਹੁੰਦੇ ਹੋ ਇਹਨੂੰ ਤਾਂ ਤੁਸੀਂ ਚੇਂਜ ਕਰਾਉਣੀ ਚਾਹੁੰਦੇ ਚੇਂਜ ਕਰਾ ਲਓ। ਲੇਕਿਨ ਉਹਨਾਂ ਨੇ ਸਾਡੀ ਤਫਤੀਸ਼ 'ਤੇ ਸਹਿਮਤੀ ਬਣਾਈ। ਲੇਕਿਨ ਉਹਨਾਂ ਦਾ ਇੱਕ ਸੀ ਵੀ ਜਿਹੜੀ ਪਿੰਡ ਦੀ ਕਮੇਟੀ ਹੈ ਵੀ ਇਹਦੀ ਅਣਗਹਿਲੀ ਕਾਰਨ ਇਹ ਹੋਇਆ। ਇਸ ਸੰਬੰਧੀ ਉਹਨਾਂ ਨੇ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਅਸੀਂ ਉਹ ਪੜਤਾਲ ਕਰਦੇ ਵੀ ਉਹਨਾਂ ਨੇ ਅਣਗਹਿਲੀ ਹੈ ਸੀ ਜਾਂ ਨਹੀਂ ਹੈ। ਉਹ ਕਿਉਂਕਿ ਅਕਾਲ ਤਖਤ ਦਾ ਹੁਕਮਨਾਮਾ ਹੈ, ਅਕਾਲ ਤਖਤ ਦੇ ਹੁਕਮਨਾਮੇ ਦੇ ਮੁਤਾਬਕ ਜਿਹੜੀ ਹੈ ਉਹ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ ਜੇ ਕੋਈ ਇਹੋ ਜਿਹੀ ਕੋਤਾਹੀ ਕਰਦਾ ਹੈ। ਸਰ ਜਿਹੜੀ ਪਾਵਨ ਸਰੂਪ ਨੇ ਜਿਹੜੇ ਅਗਨ ਭੇਟ ਹੋਏ ਨੇ, ਜਿਹੜੇ ਉੱਥੇ ਮਹਾਰਾਜ ਜੀ ਦੇ ਸਰੂਪ ਪਏ ਹੋਏ ਨੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਉਸ ਦੇ ਸੰਬੰਧ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਕਿ ਹੁਣ ਤੁਸੀਂ ਗੱਲਬਾਤ ਕਰ ਰਹੇ ਹੋ, ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਸਾਹਿਬ ਨੇ ਜਾਂ ਜਥੇਦਾਰ ਸਾਹਿਬ ਨੇ ਜਾਂ ਹੋਰ ਕਿਸੇ ਵੀ ਜਥੇਬੰਦੀਆਂ ਦੁਆਰਾ ਕੋਈ ਤੁਹਾਡੇ ਨਾਲ ਵੀ ਸੰਪਰਕ ਸਾਧਿਆ ਗਿਆ ਕਿ ਉਸ ਬੀੜ ਦਾ ਕਰਨਾ ਕੀ ਹੈ? ਕਿਉਂਕਿ ਜਿਹੜੀ ਤੁਹਾਡੇ ਤੋਂ ਗੱਲਬਾਤ ਤੋਂ ਪਹਿਲਾਂ ਅਸੀਂ ਜਿਹੜੀ ਗੱਲਬਾਤ ਕਰਕੇ ਆਏ ਆ ਨਗਰ ਨਿਵਾਸੀਆਂ ਨਾਲ, ਉਹ ਖੁਦ ਦੁਬਿਧਾ ਵਿੱਚ ਨੇ ਵੀ ਅਸੀਂ ਕਰੀਏ ਕੀ? ਪਹਿਲਾਂ ਲੈ ਕੇ ਗਏ ਸੀ ਤਾਂ ਇਤਰਾਜ਼ ਸੀ, ਵਾਪਸ ਲੈ ਕੇ ਆਏ, ਹੁਣ ਇਤਰਾਜ਼ ਹੈ, ਅਸੀਂ ਕੀ ਕਰੀਏ? ਕੋਈ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਥੇਦਾਰ ਸਾਹਿਬ ਨੇ ਜਾਂ SGPC ਦੇ ਪ੍ਰਧਾਨ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਹੋਰ ਅਧਿਕਾਰੀ ਨੇ? ਸਾਡੇ ਤਕਰੀਬਨ ਪਹਿਲਾਂ ਵੀ SGPC ਮੈਂਬਰਾਂ ਨਾਲ ਗੱਲ ਹੋ ਚੁੱਕੀ ਹੈ ਤੇ ਪਿੰਡ ਦੀ ਕਮੇਟੀ ਨਾਲ ਵੀ ਗੱਲ ਹੋ ਚੁੱਕੀ ਹੈ ਤੇ ਅਸੀਂ ਜਿਹੜੀ ਹੈ ਮਰਿਆਦਾ ਮੁਤਾਬਕ ਜੋ ਸਿਸਟਮ ਹੈ ਉਹਨੂੰ ਅਡਾਪਟ ਕਰ ਰਹੇ ਹਾਂ। ਅਸੀਂ ਮਾਨਯੋਗ ਅਦਾਲਤ ਜਾ ਕੇ ਉਹ ਜਿਹੜੀ ਹੈ ਮਰਿਆਦਾ ਮੁਤਾਬਕ ਜਿਹੜੀ ਹੈ ਪਰਮਿਸ਼ਨ ਲੈ ਕੇ ਇਹ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਨੇ ਜੋ ਮਰਿਆਦਾ ਮੁਤਾਬਕ ਜੋ ਕੁਝ ਹੁੰਦਾ ਹੈ, ਕਿਉਂਕਿ ਜਦੋਂ ਮੁਕੱਦਮਾ ਦਰਜ ਹੋ ਜਾਂਦਾ ਹੈ ਉਸ ਤਰ੍ਹਾਂ ਇਹਨੂੰ ਮਰਿਆਦਾ ਦੇ ਉਹਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਲਿਆ ਕੇ ਹੀ ਇਹਨੂੰ ਰਿਪੀਟ ਕਰਦੇ ਹੁੰਦੇ ਹਾਂ ਅਤੇ ਤਾਂ ਕਿ ਜਿਹੜੀ ਮਰਿਆਦਾ ਮੁਤਾਬਕ ਸੰਸਕਾਰ ਹੋਵੇ ਅਸੀਂ ਉਹ ਐਫਰਟ ਕਰ ਰਹੇ ਹਾਂ। ਜਲਦੀ ਹੀ ਅਸੀਂ ਗੁਰੂ ਮਹਾਰਾਜ ਨੂੰ ਰਿਪੀਟ ਕੀਤੇ ਜਿਹੜੇ ਆ ਉਹਨੂੰ ਲੈ ਕੇ ਗੋਦਮਾਲ ਜਾਵਾਂਗੇ। ਇੱਕ ਸਰ ਜਿਹੜਾ ਹੋਰ ਮਸਲਾ ਉੱਠਿਆ ਸੀ ਉੱਥੇ ਬੀਬੀ ਹਰਭਜਨ ਕੌਰ ਜਿਨ੍ਹਾਂ ਨੇ ਕਾਫੀ ਜ਼ਿਆਦਾ ਸੇਵਾ ਦੇ ਵਿੱਚ ਵੀ ਵਧੀਆ ਭੂਮਿਕਾ ਨਿਭਾਈ ਹੈ, ਸਾਬਕਾ ਪੰਚ ਨੇ ਉਸ ਜੌਲੀਆਂ ਪਿੰਡ ਦੇ, ਉੱਥੇ ਇੱਕ ਗੱਲਬਾਤ ਕੀਤੀ ਜਾ ਰਹੀ ਸੀ ਸਿੰਘ ਸਾਹਿਬ ਦੁਆਰਾ ਕਿ ਉਹਨਾਂ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ, ਕਿਉਂਕਿ ਉਹ ਕਾਫੀ ਜ਼ਿਆਦਾ ਹੋਰ ਢੰਗ ਨਾਲ ਵਿਚਰ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਬੇਟਾ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹ ਕੀ ਮਸਲਾ ਹੈ ਅਤੇ ਕੀ ਗੱਲਬਾਤ ਹੋਈ? ਦੇਖੋ, ਮੈਨੂੰ ਅੱਜ 10 ਦਿਨ ਹੋ ਗਏ ਜੌਲੇ ਪਿੰਡ 'ਚ ਡੇਲੀ ਮੇਰੇ ਘੱਟ ਤੋਂ ਘੱਟ 2 ਜਾਂ 3 ਘੰਟੇ ਮੇਰੇ ਉੱਥੇ ਹੁੰਦੇ ਆ, ਸਟੇ ਹੁੰਦੀ ਆ। ਵੀ ਸਾਰੇ ਦੇਖਦੇ ਹੋ, ਪਿੰਡ ਵਾਲੇ ਦੇਖਦੇ ਆ। ਜਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਤੁਸੀਂ, ਬੀਬੀ ਨੂੰ ਮੈਂ ਪਰਸਨਲੀ ਉੱਥੇ ਉਸ ਦਿਨ ਵੀ ਜਿਸ ਦਿਨ ਇੰਸੀਡੈਂਟ ਵਾਪਰਿਆ 25 ਨੂੰ, ਅਤੇ ਗੁਰਸਿੱਖ ਲੜਕੀ ਆ ਉਹ ਬੀਬੀ ਹੈ ਅਤੇ ਬਹੁਤ ਹਿੰਮਤੀ ਅਤੇ ਮਿਹਨਤ ਵਾਲੀ ਹੈ। ਉਸ ਦਿਨ ਮੈਂ ਦੇਖਦਾ ਸੀ ਕਿ ਉਹ ਕਿੰਨੀ ਕੋਸ਼ਿਸ਼ਾਂ ਕਰਕੇ ਜਿਹੜੀ ਹੈ ਉਹ ਗੁਰੂ ਮਹਾਰਾਜ ਦੇ ਜਿਹੜੇ ਸਰੂਪ 'ਚ ਆਏ ਸੀ ਉਹਨਾਂ ਦੀ ਸੇਵਾ ਕਰ ਰਹੀ ਸੀ। ਜੋ ਧਾਰਮਿਕ ਪੋਥੀਆਂ ਲਿਟਰੇਚਰ ਸੀ ਉਹਨਾਂ ਪ੍ਰੋਪਰ ਝਾੜ ਕੇ ਸਾਫ਼ ਕਰਕੇ ਰੁਮਾਲਾ ਸਾਹਿਬ 'ਚ ਬੰਨ੍ਹ ਕੇ ਅਤੇ ਜਿੱਥੇ ਗੁਰੂ ਮਹਾਰਾਜ ਉੱਤੇ ਸੁਸ਼ੋਭਿਤ ਕੀਤੇ ਸੀ ਉੱਥੇ ਲੈ ਕੇ ਜਾਂਦੀ ਸੀ। ਬਹੁਤ ਅੱਛੀ ਲੜਕੀ ਆ ਉਹ ਬੀਬੀ ਹੈ, ਜਿਹਨੂੰ ਆਪਾਂ ਕਹਿ ਦਈਏ ਜਿੰਨੀ ਵੀ ਉਹਦੀ ਤਾਰੀਫ ਕਰੀਏ ਉਹ ਘੱਟ ਨਹੀਂ। ਲੇਕਿਨ ਇਹੋ ਜਿਹੀ ਜਿਹੜੀ ਧਮਕੀ ਵਾਲੀ ਉਹ ਇਹੋ ਜਿਹੀ ਕੋਈ ਗੱਲ ਨਹੀਂ। ਜਾਂ ਤਾਂ ਇਹ ਕਿਸੇ ਨੇ ਇਹ ਖਬਰ ਜਾਂ ਤੋੜ ਮੋੜ ਕੇ ਪੇਸ਼ ਕੀਤੀ ਗਈ ਹੈ ਅਤੇ ਲੇਕਿਨ ਜਿਹੜੀ ਮੇਨ ਆਪਾਂ ਉਹ ਕਹਿ ਸਕਦੇ ਹਾਂ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਕਿਸੇ ਨੇ ਧਮਕੀ ਦਿੱਤੀ। ਕਿਉਂਕਿ ਸਾਰਾ ਪਿੰਡ ਜਿਹੜਾ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਯੂਨਿਟੀ ਦੇ ਤੌਰ 'ਤੇ ਇਹ ਸਾਂਝੇ ਤੌਰ 'ਤੇ ਕੰਮ ਕੀਤਾ ਉਹਨਾਂ ਨੇ। ਇਸ ਕੋਈ ਮੇਰਾ ਤੇਰੇ ਵਾਲਾ ਵਾਰਡ ਨਹੀਂ ਸੀ ਉੱਥੇ ਬੀਬੀਆਂ ਵੀ ਸਾਰੀਆਂ ਸੀ, ਸਾਰੀਆਂ ਇਹਨੇ। ਜਦੋਂ ਮੈਨੂੰ ਯਾਦ ਆਇਆ ਵੀ ਇਹ 25 ਤਰੀਕ ਨੂੰ ਜਦੋਂ ਧਰਨਾ ਦਿੱਤਾ ਹੈ ਗਰਮ ਖਿਆਲੀਆਂ ਨੇ ਭਵਾਨੀਗੜ੍ਹ ਵਿਖੇ ਰੋਡ ਬਲਾਕ ਕੀਤੀ ਹੈ, ਇਹ ਬੀਬੀ ਵਿੱਚ ਸੀ। ਇਹ ਜਦੋਂ ਉਹ ਕਹਿੰਦੇ ਵੀ ਪਿੰਡ ਵਾਲੇ ਦੀ ਕਮੇਟੀ 'ਤੇ ਪਰਚਾ ਦਰਜ ਹੋਇਆ ਤਾਂ ਬੀਬੀ ਉੱਠ ਕੇ ਕਹਿ ਰਹੀ ਸੀ ਪਿੰਡ ਵਾਲੇ ਦਾ ਕਿਉਂ ਪਰਚਾ ਹੋਊਗਾ, ਉਹਨਾਂ ਤਾਂ ਇੰਨੀ ਮਿਹਨਤ ਕਰਕੇ ਇਹਨੂੰ ਗੁਰੂ ਮਹਾਰਾਜ ਦੇ ਸਰੂਪ ਬਚਾਏ ਨੇ। ਅਤੇ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਕੱਲ੍ਹ ਇਹਨਾਂ ਨੇ ਕਿਉਂ ਇਹ ਗੱਲ ਕਿਵੇਂ ਇਹਨੇ ਉਹਦੇ ਮੂੰਹ ਤੋਂ ਕਹਾਇਆ ਵੀ ਮੈਨੂੰ ਧਮਕੀ ਹੈ, ਮੇਰੇ ਬੱਚੇ ਨੂੰ ਧਮਕੀ ਦਿੱਤੀ ਹੈ। ਲੇਕਿਨ ਅਜਿਹੀ ਕੋਈ ਗੱਲ ਨਹੀਂ ਹੈਗੀ ਅਤੇ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਹੈ। ਉਹਨੂੰ ਕੋਈ ਐਸੀ ਕੋਈ ਪ੍ਰੋਬਲਮ, ਮੈਂ ਖੁਦ ਵੀ ਮਿਲ ਕੇ ਵੀ ਆਉਣਾ ਡੇਲੀ ਅਤੇ ਮੈਂ ਕੱਲ੍ਹ ਫਿਰ ਜਾਊਂਗਾ, ਅੱਜ ਵੀ ਜਾਊਂਗਾ। ਜੇ ਕੋਈ ਐਸੀ ਗੱਲ ਹੋਊਗੀ ਮੈਂ ਪੁੱਛ ਲੂੰਗਾ। ਜਿਵੇਂ ਕਿ ਕੱਲ੍ਹ ਰਾਤ ਇਹਨਾਂ ਨੇ ਸਾਨੂੰ ਕੋਈ ਮੰਗ ਪੱਤਰ ਦਿੱਤਾ ਜੀ, ਮੰਗ ਪੱਤਰ ਦਰਖਾਸਤ ਵਿਦ ਅਕਾਲ ਤਖਤ ਦਾ ਹੁਕਮਨਾਮਾ। ਇਹਨਾਂ ਦੀ ਮੰਗ ਸੀ ਵੀ ਕਿ ਇੱਕ ਅਲੱਗ ਪਰਚਾ ਦਰਜ ਕੀਤਾ ਜਾਵੇ ਅਤੇ ਅਸੀਂ ਇਹਨੂੰ ਵਿਸ਼ਵਾਸਨ ਦਵਾਇਆ ਸੀ ਵੀ ਪਰਚਾ ਆਲਰੇਡੀ ਦਰਜ ਹੈ ਅਤੇ ਅਸੀਂ ਉਸੇ ਮੁਕੱਦਮੇ ਵਿੱਚ ਇਸ ਦਰਖਾਸਤ ਦੀ ਪੜਤਾਲ ਕਰਾਂਗੇ। ਜੇਕਰ ਉਹ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਤੇ ਇਸ ਤੋਂ ਕਾਰਵਾਈ ਕਰਨ ਤੋਂ ਨਾਲ ਤੋਂ ਪਹਿਲਾਂ ਅਸੀਂ ਅਕਾਲ ਤਖਤ ਤੋਂ ਸੇਧ ਲਵਾਂਗੇ। ਜੇ ਅਸੀਂ ਉਹ ਉਪਰਾਲਾ ਕਰ ਰਹੇ ਹਾਂ, ਜਲਦੀ ਇਹਦਾ ਵੀ ਉਹਨਾਂ ਦਾ ਜਨਤਕ ਕਰ ਦਾਂਗੇ ਵੀ ਉਹਨਾਂ ਦਾ ਵੀ ਇਹ ਫੈਸਲਾ ਜਿਹੜਾ ਅਸੀਂ ਲੈਣਾ ਜਾਂ ਅਕਾਲ ਤਖਤ ਲਊਗਾ। ਹਾਂ, ਸੋ ਇਹ ਸਨ ਸਾਡੇ ਨਾਲ ਘੁੰਮਣ ਸਾਹਿਬ,
ਉੱਚ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਆਪਾਂ ਨੂੰ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਕਿ ਜਿਹੜੇ ਬੀਬੀ ਹਰਭਜਨ ਕੌਰ ਨੇ ਉਹਨਾਂ ਨੂੰ ਧਮਕੀ ਵਰਗੀ ਕੋਈ ਵਾਕਿਆ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਜਿਹੜਾ ਇੱਕ ਨੌਜਵਾਨ ਛੋਟੀ ਉਮਰ ਦਾ ਆਸ਼ੂ ਖਾਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਦੋਂ ਅੱਗ ਲੱਗੀ ਹੋਈ ਸੀ ਉਸ ਤੋਂ ਪਹਿਲਾਂ ਅੰਦਰ ਜਿਹੜਾ ਧੂਏ ਦਾ ਗੁਬਾਰ ਬਹੁਤ ਜ਼ਿਆਦਾ ਗਰਮੀ ਸੀ, ਅੰਦਰ ਸੇਕ ਸੀ, ਉਸ ਮੁੰਡੇ ਨੇ ਸਭ ਤੋਂ ਪਹਿਲਾਂ ਹੇਠਾਂ ਲੇਟ ਕੇ ਉਹ ਜਿਹੜੀਆਂ ਤਲਾਈਆਂ ਜਾਂ ਜੋ ਵੀ ਉੱਥੇ ਵਿਛਾਣੇ ਸਨ ਉਹਨਾਂ ਨੂੰ ਵੀ ਉਹਨੇ ਪਹਿਲਾਂ ਖਿੱਚਿਆ। ਇਸ ਤੋਂ ਇਲਾਵਾ ਜਿਹੜੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਕਮੇਟੀ ਦੇ ਉੱਪਰ ਪਰਚਾ ਦਰਜ ਹੋਵੇ, ਉਸ ਦੇ ਬਾਰੇ 'ਚ ਘੁੰਮਣ ਸਾਹਿਬ ਹੋਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਰੇ 'ਚ ਵਿਚਾਰ ਜਿਹੜੀ ਹੈ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾਂ SGPC ਕੋਈ ਫੈਸਲਾ ਲੈ ਸਕਦੀ ਹੈ, ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਦਾ ਜਿਸ ਤਰ੍ਹਾਂ ਦਾ ਵੀ ਪ੍ਰਾਵਧਾਨ ਹੈ ਉਸ ਤੋਂ ਬਾਅਦ 'ਚ ਅਸੀਂ ਕੋਈ ਇਸ ਦੇ ਉੱਪਰ ਐਕਸ਼ਨ ਲੈ ਸਕਦੇ ਹਾਂ। ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਨਾਭਾ, ਧੰਨਵਾਦ।